ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਪੀਵੀ ਸਿੱਖਿਆ ਸੈਂਟਰ 'ਤੇ। ਅੱਜ ਅਸੀਂ ਪੰਜਾਬ ਜੀਕੇ ਵਿੱਚ ਪੰਜਾਬ ਹਿਸਟਰੀ ਦੇ ਟੌਪ 30 MCQs ਦੀ ਕਲਾਸ ਨੰਬਰ 7 ਕਰਾਂਗੇ। ਇਸ ਤੋਂ ਪਹਿਲਾਂ ਅਸੀਂ 6 ਕਲਾਸਾਂ ਕਰ ਚੁੱਕੇ ਹਾਂ ਜੀ। ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ, ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਜੀ। ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ। ਪ੍ਰਸ਼ਨ ਨੰਬਰ 181। ਇਸ ਤੋਂ ਪਹਿਲਾਂ ਅਸੀਂ 6 ਕਲਾਸਾਂ ਵਿੱਚ 30 ਦੇ ਹਿਸਾਬ ਨਾਲ 180 ਤੱਕ ਪ੍ਰਸ਼ਨ ਕਰ ਚੁੱਕੇ ਹਾਂ ਜੀ। ਅੱਜ ਅਸੀਂ 181 ਤੋਂ ਲੈ ਕੇ 210 ਤੱਕ ਅਗਲੇ ਟੌਪ 30 MCQ ਕਰਾਂਗੇ। ਤਾਂ ਸ਼ੁਰੂ ਕਰਦੇ ਹਾਂ ਪ੍ਰਸ਼ਨ ਨੰਬਰ 181 ਤੋਂ। ਕਿਹੜੇ ਸਿੱਖ ਨੇ ਆਪਣੇ ਘਰ ਨੂੰ ਅੱਗ ਲਗਾ ਕੇ ਗੁਰੂ ਜੀ ਦੇ ਧੜ ਦਾ ਸੰਸਕਾਰ ਕੀਤਾ? ਤਾਂ ਇਹਦਾ ਸਹੀ ਆਂਸਰ ਹੋਵੇਗਾ ਭਾਈ ਲੱਖੀ ਸ਼ਾਹ ਜੀ, ਆਪਸ਼ਨ ਆੜਾ। ਭਾਈ ਲੱਖੀ ਸ਼ਾਹ ਜੀ ਨੇ ਆਪਣੇ ਘਰ ਨੂੰ ਅੱਗ ਲਗਾ ਕੇ ਗੁਰੂ ਜੀ ਦੇ ਧੜ ਦਾ ਅੰਤਿਮ ਸੰਸਕਾਰ ਕੀਤਾ ਸੀ। ਪ੍ਰਸ਼ਨ ਨੰਬਰ 182। ਕਿਹੜੇ ਦੋ ਸਿੱਖ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚੇ? ਤਾਂ ਇਸ ਦਾ ਸਹੀ ਆਂਸਰ ਹੈ ਆਪਸ਼ਨ ਆੜਾ, ਭਾਈ ਉਦੇ ਜੀ ਅਤੇ ਭਾਈ ਜੈਤਾ ਜੀ, ਆਪਸ਼ਨ ਆੜਾ। ਪ੍ਰਸ਼ਨ ਨੰਬਰ 183। ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਧੜ ਦਾ ਸੰਸਕਾਰ ਕੀਤਾ ਗਿਆ, ਉੱਥੇ ਕਿਹੜਾ ਗੁਰਦੁਆਰਾ ਸੁਸ਼ੋਭਿਤ ਹੈ? ਤਾਂ ਇਹਦਾ ਸਹੀ ਆਂਸਰ ਹੋਗਾ ਆਪਸ਼ਨ ਆੜਾ, ਰਕਾਬਗੰਜ ਸਾਹਿਬ ਗੁਰਦੁਆਰਾ। ਰਕਾਬਗੰਜ ਗੁਰਦੁਆਰਾ ਦਿੱਲੀ ਵਿੱਚ ਸਥਿਤ ਹੈ, ਇਹ ਵੀ ਤੁਸੀਂ ਧਿਆਨ ਰੱਖਣਾ ਹੈ। ਅਤੇ ਜਿੱਥੇ ਭਾਈ ਲੱਖੀ ਸ਼ਾਹ ਜੀ ਨੇ ਗੁਰੂ ਜੀ ਦੀ ਧੜ ਦਾ ਅੰਤਿਮ ਸੰਸਕਾਰ ਕੀਤਾ ਸੀ, ਇਹ ਉਸ ਥਾਂ 'ਤੇ ਸਥਿਤ ਹੈ। ਮਤਲਬ ਕਿ ਭਾਈ ਲੱਖੀ ਸ਼ਾਹ ਜੀ ਦਾ ਘਰ ਸੀ ਪਹਿਲੇ ਰਕਾਬਗੰਜ ਗੁਰਦੁਆਰਾ ਸਾਹਿਬ। ਪ੍ਰਸ਼ਨ ਨੰਬਰ 184। ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ, ਉੱਥੇ ਕਿਹੜਾ ਗੁਰਦੁਆਰਾ ਸੁਸ਼ੋਭਿਤ ਹੈ? ਇਸ ਦਾ ਸਹੀ ਆਂਸਰ ਹੋਗਾ ਆਪਸ਼ਨ ਆੜਾ, ਸੀਸਗੰਜ ਸਾਹਿਬ ਗੁਰਦੁਆਰਾ। ਪ੍ਰਸ਼ਨ ਨੰਬਰ 185। ਗੁਰੂ ਤੇਗ ਬਹਾਦਰ ਜੀ ਕਦੋਂ ਜੋਤੀ ਜੋਤ ਸਮਾ ਗਏ? ਤਾਂ ਇਹਦਾ ਸਹੀ ਆਂਸਰ ਹੋਗਾ ਆਪਸ਼ਨ ਆੜਾ, 1675 ਈਸਵੀ ਵਿੱਚ ਗੁਰੂ ਤੇਗ ਬਹਾਦਰ ਜੀ ਜੋਤੀ ਜੋਤ ਸਮਾ ਗਏ। ਤੁਸੀਂ ਇਹ ਵੀ ਧਿਆਨ ਰੱਖਣਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ। ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਉਹਨਾਂ ਨੇ ਹਿੰਦੂ ਧਰਮ ਦੀ ਰੱਖਿਆ ਲਈ ਹੀ ਆਪਣੇ ਜੀਵਨ ਦਾ ਬਲੀਦਾਨ ਦੇ ਦਿੱਤਾ ਸੀ। ਪ੍ਰਸ਼ਨ ਨੰਬਰ 186। ਗੁਰੂ ਗੋਬਿੰਦ ਸਿੰਘ ਜੀ ਨੇ ਭੰਗਾਣੀ ਦੇ ਯੁੱਧ ਵਿੱਚ ਕਿਸ ਨੂੰ ਹਰਾਇਆ? ਤਾਂ ਇਹਦਾ ਸਹੀ ਆਂਸਰ ਹੋਗਾ ਆਪਸ਼ਨ ਊੜਾ, ਰਾਜਾ ਫਤਿਹ ਸ਼ਾਹ ਜੀ ਨੂੰ। ਰਾਜਾ ਫਤਿਹ ਸ਼ਾਹ ਨੂੰ ਗੁਰੂ ਜੀ ਨੇ ਭੰਗਾਣੀ ਦੇ ਯੁੱਧ ਵਿੱਚ ਹਰਾਇਆ। ਜੇ ਆਪਾਂ ਗੱਲ ਕਰੀਏ ਕਿ ਭੰਗਾਣੀ ਦਾ ਯੁੱਧ ਕਦੋਂ ਹੋਇਆ ਸੀ, ਤਾਂ 1688 ਈਸਵੀ ਵਿੱਚ ਭੰਗਾਣੀ ਦਾ ਯੁੱਧ ਹੋਇਆ ਸੀ। ਇਹ ਵੀ ਤੁਸੀਂ ਧਿਆਨ ਰੱਖਣਾ ਹੈ। ਠੀਕ ਹੈ ਜੀ। ਪ੍ਰਸ਼ਨ ਨੰਬਰ 187। ਗੁਰੂ ਗੋਬਿੰਦ ਜੀ ਨੇ ਅਨੰਦਪੁਰ ਆ ਕੇ ਕਿਹੜੇ ਕਿਹੜੇ ਕਿਲ੍ਹੇ ਦਾ ਨਿਰਮਾਣ ਕਰਾਇਆ? ਇਹਦਾ ਸਹੀ ਆਂਸਰ ਹੈ ਜੀ ਆਪਸ਼ਨ ਈ, ਆਨੰਦਗੜ੍ਹ ਅਤੇ ਲੋਹਗੜ੍ਹ ਦਾ ਕਿਲ੍ਹਾ। ਇਸ ਤੋਂ ਇਲਾਵਾ ਗੁਰੂ ਜੀ ਨੇ ਅਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਕਿਲ੍ਹੇ ਦਾ ਨਿਰਮਾਣ ਵੀ ਕਰਾਇਆ। ਇਹ ਵੀ ਤੁਸੀਂ ਧਿਆਨ ਰੱਖਣਾ ਹੈ। ਠੀਕ ਹੈ ਜੀ। ਪ੍ਰਸ਼ਨ ਨੰਬਰ 188। ਔਰੰਗਜ਼ੇਬ ਨੇ ਗੁਰੂ ਜੀ ਦੇ ਵਿਰੁੱਧ ਯੁੱਧ ਛੇੜਨ ਲਈ ਕਦੋਂ ਕਿਹਾ? ਤਾਂ ਇਹਦਾ ਸਹੀ ਆਂਸਰ ਹੋਗਾ ਆਪਸ਼ਨ ਏ, 1693 ਈਸਵੀ ਵਿੱਚ। ਪ੍ਰਸ਼ਨ ਨੰਬਰ 199। ਕਾਂਗੜਾ ਪ੍ਰਦੇਸ਼ ਦੇ ਫੌਜਦਾਰ ਨੇ ਕਿਸ ਨੂੰ ਗੁਰੂ ਜੀ ਦੇ ਵਿਰੁੱਧ ਲੜਨ ਲਈ ਭੇਜਿਆ? ਤਾਂ ਇਹਦਾ ਸਹੀ ਆਂਸਰ ਹੋਗਾ ਆਪਸ਼ਨ ਸੱਸਾ ਖਾਨਜ਼ਾਦਾ। ਪ੍ਰਸ਼ਨ ਨੰਬਰ 190। ਕਾਂਗੜਾ ਪ੍ਰਦੇਸ਼ ਦੇ ਫੌਜਦਾਰ ਨੇ ਹੁਸੈਨ ਖਾਨ ਨੂੰ ਗੁਰੂ ਜੀ ਦੇ ਵਿਰੁੱਧ ਕਦੋਂ ਲੜਨ ਲਈ ਭੇਜਿਆ? ਤਾਂ ਇਹਦਾ ਸਹੀ ਆਂਸਰ ਹੋਵੇਗਾ 1696 ਈਸਵੀ ਵਿੱਚ। ਪ੍ਰਸ਼ਨ ਨੰਬਰ 191। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਦੋਂ ਕੀਤੀ? ਤਾਂ ਇਹਦਾ ਸਹੀ ਆਂਸਰ ਹੋਵੇਗਾ 1699 ਈਸਵੀ ਵਿੱਚ ਗੁਰੂ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਪ੍ਰਸ਼ਨ ਨੰਬਰ 192। ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੇ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ? ਤਾਂ ਇਹਦਾ ਸਹੀ ਆਂਸਰ ਹੋਇਆ ਜੀ ਆਪਸ਼ਨ ਆੜਾ, 5 ਪਿਆਰਿਆਂ ਨੂੰ। ਤਾਂ ਸਾਨੂੰ 5 ਪਿਆਰਿਆਂ ਦੇ ਨਾਮ ਵੀ ਪਤਾ ਹੋਣਾ ਚਾਹੀਦਾ ਹੈ। ਤਾਂ
ਤੁਸੀਂ ਯਾਦ ਰੱਖਣੇ ਨੇ 5 ਪਿਆਰਿਆਂ ਦੇ ਨਾਮ ਤੇ ਕੀ ਹਨ। ਤੁਸੀਂ ਦੇਖੋ, ਭਾਈ ਦਇਆ ਰਾਮ ਜੀ, ਭਾਈ ਦਇਆ ਰਾਮ ਜੀ, ਠੀਕ ਹੈ ਜੀ, ਭਾਈ ਧਰਮਦਾਸ, ਭਾਈ ਮੋਕ ਚੰਦ ਜੀ, ਭਾਈ ਸਾਹਿਬ ਚੰਦ ਜੀ ਤੇ ਭਾਈ ਹਿੰਮਤ ਰਾਏ ਜੀ। ਭਾਈ ਸਾਹਿਬ ਚੰਦ ਜੀ, ਭਾਈ ਹਿੰਮਤ ਰਾਏ ਜੀ। ਇਹ ਸੀ 5 ਪਿਆਰਿਆਂ ਦੇ ਨਾਮ। ਤੁਸੀਂ 5 ਪਿਆਰਿਆਂ ਦੇ ਨਾਮ ਵੀ ਯਾਦ ਰੱਖਣੇ ਹਨ, ਇਹ ਪੇਪਰ ਵਿੱਚ ਪੁੱਛੇ ਜਾਂਦੇ ਹਨ, ਠੀਕ ਹੈ ਜੀ। ਕਿਹੜੇ ਕਿਹੜੇ ਨਾਮ, ਕਿਹੜੇ ਕਿਹੜੇ 5 ਪਿਆਰੇ ਸੀ? ਭਾਈ ਦਇਆ ਰਾਮ ਜੀ, ਭਾਈ ਧਰਮਦਾਸ ਜੀ, ਭਾਈ ਮੋਕ ਚੰਦ ਜੀ, ਭਾਈ ਸਾਹਿਬ ਚੰਦ ਜੀ ਤੇ ਭਾਈ ਹਿੰਮਤ ਰਾਏ ਜੀ। ਹੁਣ ਆਪਾਂ ਚੱਲਦੇ ਹਾਂ ਪ੍ਰਸ਼ਨ ਨੰਬਰ 193 ਤੇ। ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦਾ ਨਾਂ ਕੀ ਸੀ? ਤਾਂ ਇਹਦਾ ਸਹੀ ਆਨਸਰ ਹੋਵੇਗਾ ਗੋਬਿੰਦ ਰਾਏ। ਖਾਲਸਾ ਪੰਥ ਦੀ ਸਥਾਪਨਾ ਕਰਨ ਤੋਂ ਬਾਅਦ ਗੁਰੂ ਜੀ ਦਾ ਨਾਂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਜੀ ਹੋ ਗਿਆ ਸੀ, ਠੀਕ ਹੈ ਜੀ। ਤੇ ਖਾਲਸਾ ਪੰਥ ਦੀ ਸਥਾਪਨਾ ਤੋਂ ਬਾਅਦ ਗੁਰੂ ਜੀ ਨੂੰ ਆਪੇ ਗੁਰੂ ਚੇਲਾ ਵੀ ਕਿਹਾ ਜਾਣ ਲੱਗਿਆ, ਕਿਉਂਕਿ ਗੁਰੂ ਜੀ ਨੇ ਪਹਿਲਾਂ 5 ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀ ਤੇ ਉਸ ਤੋਂ ਬਾਅਦ ਖੁਦ 5 ਪਿਆਰਿਆਂ ਤੋਂ ਅੰਮ੍ਰਿਤ ਛਕਿਆ ਸੀ। ਜੇਕਰ ਤੁਹਾਡੇ ਤੋਂ ਪੁੱਛਿਆ ਜਾਵੇ ਕਿ ਆਪੇ ਗੁਰਚੇਲਾ ਕਿਸ ਗੁਰੂ ਨੂੰ ਕਿਹਾ ਜਾਂਦਾ ਹੈ, ਤਾਂ ਇਹਦਾ ਸਹੀ ਆਨਸਰ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਆਪੇ ਗੁਰਚੇਲਾ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 194, ਖਾਲਸਾ ਪੰਥ ਦੀ ਸਥਾਪਨਾ ਤੋਂ ਬਾਅਦ ਦੇ ਕਾਲ ਨੂੰ ਕੀ ਕਿਹਾ ਜਾਂਦਾ ਹੈ? ਤਾਂ ਇਹਦਾ ਸਹੀ ਆਨਸਰ ਹੋਗਾ ਆਪਸ਼ਨ ਸੱਸਾ ਉੱਤਰ ਖਾਲਸਾ ਕਾਲ। ਅਨੰਦਪੁਰ ਸਾਹਿਬ ਦਾ ਪਹਿਲਾ ਯੁੱਧ ਕਦੋਂ ਹੋਇਆ? ਤਾਂ ਇਹਦਾ ਸਹੀ ਆਨਸਰ ਹੋਵੇਗਾ ਜੀ ਆਪਸ਼ਨ ਈਡੀ 1701 ਈਸਵੀ ਵਿੱਚ ਅਨੰਦਪੁਰ ਸਾਹਿਬ ਦਾ ਪਹਿਲਾ ਯੁੱਧ ਹੋਇਆ, ਜਦੋਂ ਖਾਲਸਾ ਪੰਥ ਦੀ ਸਥਾਪਨਾ 1699 ਵਿੱਚ ਹੋ ਗਈ। ਤਾਂ ਇਸ ਨੂੰ ਦੇਖਦੇ ਹੋਏ ਜੋ ਪਹਾੜੀ ਰਾਜੇ ਸੀ ਉਹ ਪਰੇਸ਼ਾਨ ਹੋ ਗਏ, ਦੁਖੀ ਹੋ ਗਏ। ਉਹਨਾਂ ਨੂੰ ਲੱਗਣ ਲੱਗਿਆ ਕਿ ਗੁਰੂ ਜੀ ਮਤਲਬ ਸੈਨਾ ਦੀ ਤਿਆਰੀ ਕਰਕੇ ਉਹਨਾਂ ਵਿਰੁੱਧ ਯੁੱਧ ਨਾ ਕਰਦੇ, ਇਸ ਲਈ ਉਹਨਾਂ ਨੇ ਡਰਦੇ ਮਾਰਿਆਂ ਨੇ ਮੁਗਲਾਂ ਨਾਲ ਮਿਲ ਕੇ ਗੁਰੂ ਜੀ 'ਤੇ ਹਮਲਾ ਕਰ ਦਿੱਤਾ। ਕਦੋਂ ਕੀਤਾ ਸੀ? ਪਹਿਲਾ ਹਮਲਾ 1701 ਈਸਵੀ ਵਿੱਚ ਕੀਤਾ ਸੀ, ਠੀਕ ਹੈ ਜੀ। ਜੋ ਇਹ ਪਹਾੜੀ ਰਾਜੇ ਸੀ, ਇਹਨਾਂ ਦਾ ਜੋ ਮੁਖੀਆ ਸੀ, ਮੋਹਰੀ ਸੀ, ਉਹ ਸੀ ਰਾਜਾ ਭੀਮ ਚੰਦ। ਇਹ ਵੀ ਤੁਸੀਂ ਧਿਆਨ ਰੱਖਣਾ ਹੈ, ਰਾਜਾ ਭੀਮ ਚੰਦ, ਠੀਕ ਹੈ ਜੀ। ਨਰਮੋਂ ਦਾ ਯੁੱਧ ਕਦੋਂ ਹੋਇਆ? ਤਾਂ ਨਰਮੋਂ ਦਾ ਯੁੱਧ 1702 ਈਸਵੀ ਵਿੱਚ ਹੋਇਆ, ਵੀ ਤੁਸੀਂ ਯਾਦ ਰੱਖਣਾ ਹੈ। ਪ੍ਰਸ਼ਨ ਨੰਬਰ 197, ਬਸੋਲੀ ਦਾ ਯੁੱਧ ਕਦੋਂ ਹੋਇਆ? ਤਾਂ ਇਹਦਾ ਸਹੀ ਆਨਸਰ ਹੋਵੇਗਾ ਜੀ ਆਪਸ਼ਨ ਆੜਾ 1704 ਈਸਵੀ ਵਿੱਚ। ਪ੍ਰਸ਼ਨ ਨੰਬਰ 198, ਗੁਰੂ ਗੋਬਿੰਦ ਜੀ ਨੇ ਚਮਕੌਰ ਦਾ ਯੁੱਧ ਕਦੋਂ ਲੜਿਆ? ਤਾਂ ਇਹਦਾ ਸਹੀ ਆਨਸਰ ਹੋਗਾ ਆਪਸ਼ਨ ਈਡੀ 1705 ਈਸਵੀ ਵਿੱਚ ਗੁਰੂ ਜੀ ਨੇ ਚਮਕੌਰ ਦਾ ਯੁੱਧ ਲੜਿਆ। ਪ੍ਰਸ਼ਨ ਨੰਬਰ 199, ਚਮਕੌਰ ਤੋਂ ਨਿਕਲ ਕੇ ਗੁਰੂ ਜੀ ਕਿਹੜੀ ਥਾਵਾਂ 'ਤੇ ਗਏ? ਤਾਂ ਇਹਦਾ ਸਹੀ ਆਨਸਰ ਹੋਗਾ ਆਪਸ਼ਨ ਸੱਸਾ ਮਾਛੀਵਾੜਾ ਤੇ ਦੀਨਾ ਕਾਂਗੜ। ਤੁਸੀਂ ਇੱਥੇ ਯਾਦ ਰੱਖਣਾ ਕਿ ਦੀਨਾ ਕਾਂਗੜ ਵਿੱਚ ਹੀ ਗੁਰੂ ਜੀ ਨੇ ਜ਼ਫਰਨਾਮਾ ਲਿਖਿਆ, ਦੀਨਾ ਕਾਂਗੜ ਵਿੱਚ, ਠੀਕ ਹੈ ਜੀ। ਜ਼ਫਰਨਾਮਾ ਲਿਖਿਆ ਸੀ ਜੋ ਕਿ ਔਰੰਗਜ਼ੇਬ ਨੂੰ ਲਿਖਿਆ ਸੀ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਕਿਹੜੀ ਭਾਸ਼ਾ ਵਿੱਚ ਲਿਖਿਆ ਸੀ? ਤਾਂ ਫਾਰਸੀ ਭਾਸ਼ਾ ਵਿੱਚ, ਔਰ ਫਾਰਸੀ ਭਾਸ਼ਾ ਵਿੱਚ ਇਹ ਜ਼ਫਰਨਾਮਾ ਗੁਰੂ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਸੀ। ਪ੍ਰਸ਼ਨ ਨੰਬਰ 200 ਸਾਡੇ ਕੋਲ ਹੈਗਾ ਜੀ, ਚਰਨ ਪਹੁਲ ਨੂੰ ਹੋਰ ਕੀ ਕਿਹਾ ਜਾਂਦਾ ਹੈ? ਤਾਂ ਇਹਦਾ ਸਹੀ ਆਨਸਰ ਹੋਗਾ ਆਪਸ਼ਨ ਆੜਾ ਅੰਮ੍ਰਿਤ ਵੀ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 201, ਮੁਕਤਸਰ ਦੀ ਜੰਗ ਕਦੋਂ ਹੋਈ? ਤਾਂ ਮੁਕਤਸਰ ਦੀ ਜੰਗ ਆਪਸ਼ਨ ਆੜਾ 1710 ਈਸਵੀ ਵਿੱਚ ਹੋਈ। ਜੇ ਆਪਾਂ ਗੱਲ ਕਰੀਏ ਮੁਕਤਸਰ ਦੀ ਜੰਗ ਦੀ, ਤਾਂ ਮੁਕਤਸਰ ਦੀ ਜੋ ਜੰਗ ਹੈ ਇਸ ਨੂੰ ਖਿਦਰਾਣੇ ਦੀ ਲੜਾਈ ਵਜੋਂ ਖਿਦਰਾਣੇ ਦੀ ਲੜਾਈ ਕਿਹਾ ਜਾਂਦਾ ਸੀ। ਪ੍ਰਭਾਵ ਵਿੱਚ ਇਸ ਦਾ ਨਾਂ ਮੁਕਤਸਰ ਦਾ ਯੁੱਧ ਹੋ ਗਿਆ। ਖਿਦਰਾਣੇ ਦਾ ਨਾਮ ਮੁਕਤਸਰ ਕਿਉਂ ਪਿਆ? ਤਾਂ ਇਸ ਦਾ ਕਾਰਨ ਇਹ ਸੀ, ਜਦੋਂ ਗੁਰੂ ਜੀ ਨੂੰ ਲਾਹੌਰ ਨਹੀਂ ਜਦੋਂ ਗੁਰੂ ਜੀ ਨੂੰ ਅਨੰਦਪੁਰ ਸਾਹਿਬ ਵਿੱਚ ਮਤਲਬ ਪਹਾੜੀ ਰਾਜਿਆਂ ਅਤੇ ਮੁਗਲ ਸੈਨਾ ਨੇ ਕਿਲ੍ਹੇ
ਵਿੱਚ ਘੇਰ ਲਿਆ ਸੀ ਤਾਂ ਉੱਥੇ ਜੋ 40 ਸਿੱਖ ਸੀ ਉਹ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਛੱਡ ਕੇ ਆ ਗਏ ਸੀ। ਜਦੋਂ ਉਹ 40 ਸਿੰਘ ਸੀ 40 ਸਿੱਖ ਸੀ, ਉਹ ਮੁਕਤਸਰ ਦੀ ਜੰਗ ਵਿੱਚ ਗੁਰੂ ਜੀ ਦਾ ਸਾਥ ਦਿੱਤਾ ਅਤੇ ਉਹਨਾਂ ਨੇ ਬਹਾਦਰੀ ਦਿਖਾਉਂਦੇ ਹੋਏ ਸ਼ਹੀਦੀ ਪ੍ਰਾਪਤ ਕਰ ਲਈ। ਤਾਂ ਗੁਰੂ ਜੀ ਨੇ ਉਹਨਾਂ ਦੇ ਉਹਨਾਂ 40 ਸਿੰਘਾਂ ਦਾ ਜੋ ਮੁਖੀਆ ਸੀ ਮਹਾਂ ਸਿੰਘ, ਉਸ ਤੋਂ ਬੇਦਾਵਾ ਪਾੜ ਦਿੱਤਾ ਅਤੇ ਉਹਨਾਂ ਨੂੰ ਮੁਕਤੀ ਦਾ ਵਰ ਦਿੱਤਾ ਸੀ। ਇਸ ਲਈ ਖਿਦਰਾਣੇ ਦਾ ਉਸ ਤੋਂ ਬਾਅਦ ਨਾਂ ਮੁਕਤਸਰ ਪੈ ਗਿਆ ਸੀ। ਤੁਸੀਂ ਯਾਦ ਰੱਖਣਾ, ਖਿਦਰਾਣੇ ਦਾ ਮੁਕਤਸਰ ਨਾਂ ਕਦੋਂ ਪਿਆ ਸੀ? ਤਾਂ 1710 ਈਸਵੀ ਵਿੱਚ ਪਿਆ ਸੀ। ਪ੍ਰਸ਼ਨ ਨੰਬਰ 202, ਖਾਲਸੇ ਦੀ ਸਿਰਜਣਾ ਕਿਸ ਨੇ ਕੀਤੀ? ਤਾਂ ਖਾਲਸੇ ਦੀ ਜੋ ਸਿਰਜਣਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ। ਕਦੋਂ ਕੀਤੀ ਸੀ? 1699 ਵਿੱਚ। ਅਤੇ 1699 ਵਿੱਚ ਹੀ ਗੁਰੂ ਗੋਬਿੰਦ ਰਾਏ ਤੋਂ ਉਹ ਗੁਰੂ ਗੋਬਿੰਦ ਸਿੰਘ ਜੀ ਬਣ ਗਏ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਹੀ ਆਪੇ ਗੁਰਚੇਲਾ ਕਿਹਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ? ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਵਿੱਚ ਹੋਇਆ। ਪ੍ਰਸ਼ਨ ਨੰਬਰ 204, ਗੁਰੂ ਗੋਬਿੰਦ ਜੀ ਦੀ ਗੁਰਗੱਦੀ ਸੰਭਾਲਣ ਸਮੇਂ ਉਮਰ ਸੀ? ਤਾਂ ਇਹਦਾ ਸਹੀ ਆਨਸਰ ਹੈ ਆਪਸ਼ਨ ਊੜਾ 9 ਸਾਲ। ਪ੍ਰਸ਼ਨ ਨੰਬਰ 205, ਚਾਂਦਨੀ ਚੌਂਕ ਦਿੱਲੀ ਤੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਅਨੰਦਪੁਰ ਸਾਹਿਬ ਕੌਣ ਲਿਆਇਆ ਸੀ? ਤਾਂ ਇਹਦਾ ਸਹੀ ਆਨਸਰ ਹੋਗਾ ਆਪਸ਼ਨ ਈਡੀ ਭਾਈ ਜੇਤਾ ਜੀ। ਸਾਡੇ ਕੋਲ ਇਹ ਚਾਰ ਆਪਸ਼ਨ ਦਿੱਤੀਆਂ ਹੋਈਆਂ ਹਨ, ਮੱਖਣ ਸ਼ਾਹ ਲਵਾਣਾ, ਭਾਈ ਰੰਗਰੇਟਾ ਜੀ, ਭਾਈ ਜੇਤਾ ਜੀ ਅਤੇ ਭਾਈ ਦਇਆ ਜੀ। ਕਈ ਵਾਰ ਅਸੀਂ ਜਲਦਬਾਜ਼ੀ 'ਚ ਭਾਈ ਰੰਗਰੇਟਾ ਜੀ 'ਤੇ ਵੀ ਟਿਕ ਕਰ ਸਕਦੇ ਹਾਂ, ਪਰੰਤੂ ਇਹ ਗਲਤ ਹੈ। ਭਾਈ ਜੇਤਾ ਜੀ ਇਸਦਾ ਸਹੀ ਆਨਸਰ ਹੋਗਾ, ਕਿਉਂਕਿ ਜਦੋਂ ਭਾਈ ਜੇਤਾ ਜੀ ਗੁਰੂ ਜੀ ਦਾ ਸੀਸ ਅਨੰਦਪੁਰ ਸਾਹਿਬ ਲੈ ਕੇ ਆਏ ਸੀ ਤਾਂ ਉਸ ਤੋਂ ਬਾਅਦ ਭਾਈ ਜੇਤਾ ਜੀ ਨੂੰ ਗੁਰੂ ਜੀ ਨੇ ਰੰਗਰੇਟਾ ਗੁਰੂ ਕਾ ਬੇਟਾ ਕਹਿ ਕੇ ਸੀਨੇ ਲਗਾਇਆ ਸੀ। ਤਾਂ ਇਹਦਾ ਆਨਸਰ ਭਾਈ ਜੇਤਾ ਜੀ ਹੋਵੇਗਾ, ਨਾ ਕਿ ਭਾਈ ਰੰਗਰੇਟਾ ਜੀ। ਜੋ ਭਾਈ ਰੰਗਰੇਟਾ ਜੀ ਨਾਂ ਸੀ, ਮਤਲਬ ਰੰਗਰੇਟਾ ਨਾਮ ਸੀ, ਉਹ ਗੁਰੂ ਜੀ ਨੇ ਜਦੋਂ ਸੀਸ ਲੈ ਕੇ ਭਾਈ ਜੇਤਾ ਜੀ ਅਨੰਦਪੁਰ ਸਾਹਿਬ ਆਏ ਸੀ ਉਸ ਤੋਂ ਬਾਅਦ ਇਹ ਨਾਮ ਦਿੱਤਾ ਸੀ। ਪ੍ਰਸ਼ਨ ਨੰਬਰ 206 ਹੈ ਸਾਡੇ ਕੋਲ, ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ? ਤਾਂ ਇਸਦਾ ਸਹੀ ਆਨਸਰ ਹੋਗਾ 1666 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ। ਕਿੱਥੇ ਹੋਇਆ? ਤਾਂ ਪਟਨਾ ਸਾਹਿਬ ਵਿੱਚ ਹੋਇਆ। ਗੁਰੂ ਤੇਗ ਬਹਾਦਰ ਜੀ ਦਾ ਜਨਮ ਕਿੱਥੇ ਹੋਇਆ? ਤਾਂ ਗੁਰੂ ਤੇਗ ਬਹਾਦਰ ਜੀ ਦਾ ਜਨਮ ਆਪਸ਼ਨ ਆੜਾ ਅੰਮ੍ਰਿਤਸਰ ਵਿੱਚ ਹੋਇਆ। ਗੁਰੂ ਤੇਗ ਬਹਾਦਰ ਜੀ ਜੋ ਸਨ ਉਹ ਗੁਰੂ ਹਰਗੋਬਿੰਦ ਜੀ ਦੇ, ਇਹ ਵੀ ਤੁਸੀਂ ਧਿਆਨ ਰੱਖਣਾ, ਸਭ ਤੋਂ ਛੋਟੇ ਪੁੱਤਰ ਸਨ। ਗੁਰੂ ਹਰਗੋਬਿੰਦ ਜੀ ਦੇ ਕਿੰਨੇ ਪੁੱਤਰ ਸਨ? ਤਾਂ ਗੁਰੂ ਹਰਗੋਬਿੰਦ ਜੀ ਦੇ 5 ਪੁੱਤਰ ਸਨ। ਇਹ ਵੀ ਤੁਸੀਂ ਧਿਆਨ ਰੱਖਣਾ, 5 ਪੁੱਤਰਾਂ ਵਿੱਚੋਂ ਸਭ ਤੋਂ ਛੋਟੇ ਪੁੱਤਰ ਸਨ। ਠੀਕ ਹੈ ਜੀ, 5 ਪੁੱਤਰਾਂ 'ਚ ਤੇ ਸਭ ਤੋਂ ਛੋਟੇ ਪੁੱਤਰ ਸਨ ਗੁਰੂ ਤੇਗ ਬਹਾਦਰ ਜੀ। ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਸ਼ਨ ਨੰਬਰ 260 ਹੈ ਸਾਡੇ ਕੋਲ, ਗੁਰੂ ਗੋਬਿੰਦ ਸਿੰਘ ਜੀ ਕਿਸ ਮੁਗਲ ਬਾਦਸ਼ਾਹ ਨਾਲ ਦੱਖਣ ਵੱਲ ਗਏ? ਤਾਂ ਇਹਦਾ ਸਹੀ ਆਨਸਰ ਹੋਵੇਗਾ ਆਪਸ਼ਨ ਸੱਸਾ ਬਹਾਦਰ ਸ਼ਾਹ ਨਾਲ। ਪ੍ਰਸ਼ਨ ਨੰਬਰ 209 ਹੈ ਸਾਡੇ ਕੋਲ, ਗੁਰੂ ਗੋਬਿੰਦ ਸਿੰਘ ਜੀ ਦੀ ਸਵੈ ਜੀਵਨੀ ਕਿਸ ਰਚਨਾ ਵਿੱਚ ਮਿਲਦੀ ਹੈ? ਤਾਂ ਇਹਦਾ ਸਹੀ ਆਨਸਰ ਹੋਗਾ ਬਚਿੱਤਰ ਨਾਟਕ ਵਿੱਚ ਗੁਰੂ ਜੀ ਦੀ ਸਵੈ ਜੀਵਨੀ ਮਿਲਦੀ ਹੈ। ਠੀਕ ਹੈ ਜੀ, ਇਸ ਤੋਂ ਇਲਾਵਾ ਚੰਡੀ ਦੀ ਵਾਰ, ਜਾਪ ਸਾਹਿਬ, ਅਕਾਲ ਉਸਤਤ, ਇਹ ਸਾਰੀਆਂ ਵੀ ਗੁਰੂ ਜੀ ਦੀਆਂ ਹੀ ਰਚਨਾਵਾਂ ਹਨ। ਠੀਕ ਹੈ ਜੀ। ਪ੍ਰਸ਼ਨ ਨੰਬਰ 210 ਹੈ ਸਾਡੇ ਕੋਲ, ਗੁਰੂ ਤੇਗ ਬਹਾਦਰ ਜੀ ਨੇ ਧਾਰਮਿਕ ਖਾਤਰ ਆਪਣੇ ਜੀਵਨ ਦਾ ਬਲੀਦਾਨ ਕਦੋਂ ਦਿੱਤਾ? ਤਾਂ 1675 ਈਸਵੀ ਵਿੱਚ, ਆਪਸ਼ਨ ਊੜਾ। ਤਾਂ ਇੱਥੇ ਸਾਡੇ ਅੱਜ ਦੇ ਟੋਪ 30 MCQ ਪੂਰੇ ਹੁੰਦੇ ਹਨ। ਜੇਕਰ ਤੁਸੀਂ ਹੁਣ ਤੱਕ ਇਸ ਤੋਂ ਪਹਿਲਾਂ ਦੀਆਂ ਕਲਾਸਾਂ ਨਹੀਂ ਦੇਖੀਆਂ ਤਾਂ ਮੈਂ ਇਹਨਾਂ ਕਲਾਸਾਂ ਦੀ ਜੋ ਪਲੇਲਿਸਟ ਹੈ ਉਹ ਆਈ ਬਟਨ 'ਤੇ ਪਾ ਦੇਵਾਂਗਾ। ਤੁਸੀਂ ਆਈ ਬਟਨ 'ਤੇ ਕਲਿੱਕ ਕਰਕੇ ਇਸ ਤੋਂ ਪਹਿਲਾਂ ਦੀਆਂ ਕਲਾਸਾਂ ਵੀ ਦੇਖ ਸਕਦੇ ਹੋ। ਅਤੇ ਅੱਜ ਦੀ ਕਲਾਸ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਜੀ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਜੀ।